सतगुरु महाराज जी आप जी दे रंग नूं माणिया जा सकदा है। मान रहे हाँ आप जी दे हर जस करके, आप जी दे दर्शन दीदारे करके, आप जी स्थानां ते हाज़रियां पर करके, महाराज आप जी दी सेवा करके सतगुरु महाराज रंग मान रहे हाँ ते रंग माणदे रहने हाँ। ਉਹੀ रंग माणदे ने जिहड़े महाराज दी कीर्ति करदे ने। जिहड़ा महाराज दे जस करदा है सुखां दे बड़े रंग माने, पर महाराज जिहड़ा तुहाडा नाम दा रंग है ये जदों रस माणिया ये सारियां तो विलखण है, सारियां तो वखरा है। पर जदों ये आ जांदा है फिर होर सारे रंग होशे लगन दे पैंदे ने, क्योंकि ये ओनू ही नंद आवेगा जिहड़ा इस गल बारे जाणदा है। जिन्हों हदे जानकारी वो नहीं है वो इस बारे नहीं जान सकता, क्योंकि बंदर क्या जाने अदरक का स्वाद। ਹੁਣ ਬੰਦਰ ਨੂੰ ਕੀ ਪਤਾ ਕਿ ਅਦਰਕ ਦਾ ਸਵਾਦ ਕਿੱਦਾਂ ਹੁੰਦਾ ਹੈ, ਤੇ ਮੈਨੂੰ ਕੀ ਦੱਸੂਗਾ। ਕਹੋ ਕਬੀਰ ਗੂੰਗੇ ਖੁੜ ਖਾਇਆ, ਪੁੱਛੇ ਤੇ ਕਿਆ ਕਹੀਐ। ਭਗਤ ਕਬੀਰ ਜੀ ਕਹਿੰਦੇ ਨੇ ਭਾਈ ਗੂੰਗੇ ਨੂੰ ਗੁੜ ਖਵਾ ਦੋ, ਉਹਨੂੰ ਪੁੱਛੋ ਭਾਈ ਕਿੱਦਾਂ ਦਾ ਸਵਾਦ ਆਇਆ, ਉਹ ਕੀ ਦੱਸੇਗਾ, ਹੈ ਹੀ ਗੂੰਗਾ ਹੈ। ਐਸਾ ਹੀ ਰੱਬ ਦਾ ਨਾਮ ਹੈ, ਜਿਨ੍ਹਾਂ ਨੂੰ ਰਸ ਆ ਗਿਆ, ਆਨੰਦ ਆ ਗਿਆ, ਬਿਆਨ ਨਹੀਂ ਫਿਰ ਕੀਤਾ ਜਾ ਸਕਦਾ, ਇਹ ਕਹਿਆ ਨਹੀਂ ਜਾ ਸਕਦਾ। पर वह आ ही उन्होंने सकता है जिन्होंने इस बारे पता है, नहीं तो किसी को की पता। क्योंकि दुनिया दे विच हर मनुख दे काम वंडे ने कि कोई काम करता है, कोई किसी को कोई काम है, कोई डॉक्टर है, कोई टीचर है, कोई पायलट है, कोई इंजीनियर है, कोई भी है। हुण सारियां दे वक्को वखरे काम है। हुण डॉक्टर नूं की पता है कि इंजीनियर दा काम की है, ਹੁਣ ਇੰਜੀਨੀਅਰ ਨੂੰ ਕੀ ਪਤਾ ਹੈ ਕਿ ਪਾਇਲਟ ਕਿੱਦਾਂ ਚੱਲਣਾ ਹੈ, ਜਹਾਜ਼ ਕਿੱਦਾਂ ਚੱਲਣਾ, ਕੁਝ ਪਤਾ ਥੋੜੀ ਨਾ। ਆਪੋ ਆਪਣੇ ਕੰਮਾਂ ਦਾ ਪਤਾ ਹੈ, ਜਿਹਨੂੰ ਜਿਸ ਕੰਮ ਦਾ ਪਤਾ ਹੈ ਉਹ ਹੀ ਜਾਣ ਸਕਦਾ ਹੈ। ਜਿਹੜੇ ਸੰਤ ਜਨ ਰੱਬ ਦੀ ਭਗਤੀ ਨੂੰ ਜਾਣਦੇ ਨੇ, ਕਰਦੇ ਹੀ ਉਹ ਨੇ। ਦੁਨੀਆ ਦੇ ਐਵੇਂ ਸਿਰ ਲਾਈ ਜਾਂਦੇ ਆ, ਐਵੇਂ ਪਖੰਡ ਕਰੀ ਜਾਂਦੇ ਆ, ਨਾ ਆਪ ਸੌਂਦੇ ਨਾ ਤੜਕੇ ਸਾਨੂੰ ਸੌਣ ਦਿੰਦੇ, ਤੜਕੇ ਹੀ ਆਵਾਜ਼ਾਂ ਲਾ ਦਿੰਦੇ। ਇਹ ਲੋਕਾਂ ਦਾ ਹਾਲ ਹੈ, ਜਿਨ੍ਹਾਂ ਨਹੀਂ ਪਤਾ ਉਹ ਨਹੀਂ ਇਸ ਬਾਰੇ ਜਾਣ ਸਕਦੇ। ਪਰ ਜਿਹੜੇ ਜਾਣਦੇ ਨੇ ਉਹਨਾਂ ਨੂੰ ਰਸ ਆਉਂਦਾ ਹੈ, ਆਨੰਦ ਆਉਂਦਾ, ਉਹਦੇ ਨਾਮ ਦੇ ਵਿੱਚ ਭਿੱਜ ਜਾਂਦੇ ਨੇ। ਤੇ ਸਤਿਗੁਰੂ ਮਹਾਰਾਜ ਕਿਰਪਾ ਕਰਨ, ਜਦੋਂ ਵੀ ਗੁਰੂ ਘਰ ਦੇ ਵਿੱਚ ਆਈਏ, ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰੀਏ, ਨਿਮਾਣੇ ਬਣ ਕੇ ਆਉਣਾ ਚਾਹੀਦਾ। ਤੇ ਸਤਿਗੁਰੂ ਮਾਰ ਨਿਮਾਣਿਆਂ ਦਾ ਹੀ, ਨਿਤਾਣਿਆਂ ਦਾ ਹੀ ਮਾਰੇ ਤਾਣ ਹੈ, ਉਹਨਾਂ ਨੂੰ ਹੀ ਜਸ ਦਿੰਦਾ। ਜਿਹੜੇ ਆਪਣੇ ਆਪ ਨੂੰ ਵੱਡੇ ਬਣ ਕੇ ਆਉਂਦੇ ਆ, ਆਪਣੇ ਅਹੁਦੇ ਲੈ ਕੇ ਆਉਂਦੇ ਆ, ਉਹ ਫਿਰ ਖਾਲੀ ਰਹਿ ਜਾਂਦੇ ਆ। ਉਹਨਾਂ ਨੂੰ ਕੁਝ ਵੀ ਗੁਰੂ ਘਰ ਦੇ ਵਿੱਚੋਂ ਪ੍ਰਾਪਤ ਨਹੀਂ ਹੁੰਦਾ। ਭਗਤ ਕਬੀਰ ਜੀ ਫਰਮਾਉਂਦੇ ਨੇ, ਕਬੀਰੋ ਸਾਧੂ ਕੋ ਮਿਲਣੇ ਜਾਈਏ, ਸਾਥ ਨਾ ਲੀਜੈ ਕੋਏ, ਪਾਛੈ ਪਾਉ ਨਾ ਦੀਜੀਐ, ਆਗੇ ਹੋਏ ਸੋ ਹੋਏ। ਭਗਤ ਕਬੀਰ ਜੀ ਕਹਿੰਦੇ ਨੇ ਭਾਈ ਸਾਧੂਆਂ ਨੂੰ ਮਿਲਣ ਜਾਓ ਨਾ, ਗੁਰੂ ਘਰ ਦੇ ਵਿੱਚ ਜਾਓ, ਮਹਾਤਮਾ ਨੂੰ ਮਿਲਣ ਜਾਓ, ਨਾਲ ਨਾ ਕਿਸੇ ਨੂੰ ਖੜੋ। ਇਹਦਾ ਭਾਵ ਇਹ ਨਹੀਂ ਕਿ ਨਾਲ ਕਿਸੇ ਨੂੰ ਲੈ ਕੇ ਨਹੀਂ ਆਉਣਾ। ਲਿਆਓ ਸਿੱਖ ਸੰਗਤਾਂ, ਲਿਆਓ ਗੱਡੀਆਂ ਭਰ ਕੇ ਲਿਆਓ, ਟਰਾਲੀਆਂ ਭਰ ਕੇ ਲਿਆਓ, ਪਰ ਨਾਲ ਕਿਹਨੂੰ ਨਹੀਂ ਲਿਆਉਣਾ। ਕਾਮ ਨਹੀਂ ਲਿਆਉਣਾ, ਕ੍ਰੋਧ ਨਹੀਂ ਲਿਆਉਣਾ, ਮੋਹ ਨਹੀਂ ਲਿਆਉਣਾ, ਲਾਲਚ ਨਹੀਂ ਲਿਆਉਣਾ, ਹੰਕਾਰ ਨਹੀਂ ਲਿਆਉਣਾ। ਇਹ ਚੀਜ਼ਾਂ ਤੋਂ ਬਚਾ ਕਰਨਾ, ਇਹ ਨਹੀਂ ਨਾਲ ਲੈ ਕੇ ਆਉਣੀਆਂ। ਪਰ ਜਦੋਂ ਫਿਰ ਇੱਕ ਵਾਰ ਆ ਗਏ, ਪਾਛੇ ਪਾਓ ਨਾ ਦੀਜੀਏ, ਆਗੇ ਹੋਏ ਸੋ ਹੋਏ। ਫਿਰ ਪਿੱਛੇ ਨਹੀਂ ਮੁੜਨਾ, ਅੱਗੇ ਜੋ ਹੁੰਦਾ ਹੋਈ ਜਾਵੇ, ਕਸਵੱਟੀਆਂ ਲਾਈ ਜਾਵੇ, ਕਸਵੱਟੀਆਂ ਤੇ ਪਾਰ ਹੋਈ ਜਾਣਾ। ਇਹ ਗੁਰੂ ਘਰ ਦੇ ਵਿੱਚ ਜਾਣ ਦੀ ਜੇ ਮਰਿਆਦਾ ਹੈ, ਸਤਿਗੁਰੂ ਮਹਾਰਾਜ ਜੀ ਨੇ ਜੋ ਬਣਾਈ ਹੈ ਕਿ ਨਿਮਰਤਾ ਦੇ ਸਹਿਤ ਆਵੇਂਗਾ ਤੇ ਸਭ ਕੁਝ ਪਾ ਲਵੇਂਗਾ। ਪਾਪੀ ਨਿਉ ਕੇ ਮੱਥਾ ਨਾ ਟੇਕੇ, ਆਖੇ ਮੇਰੀ ਪੱਗ ਲਿਬੜੂ। ਉਹ ਨਿਉ ਕੇ ਮੱਥਾ ਨਹੀਂ, ਸੀ ਨਹੀਂ ਝੁਕਾਉਂਦਾ, ਥੱਲੇ ਨਹੀਂ ਲਾਉਂਦਾ, ਕਹਿੰਦਾ ਪੱਗ ਲਿਬੜ ਜੋ। ਇਹਨੂੰ ਕੀ ਪਤਾ ਉਹ ਸੰਤਾਂ ਦੀ ਧੂੜੀ ਤੇ ਮਾੜੇ ਸਾਡੇ ਕਰਮ ਮੇਟ ਦਿੰਦੀ ਹੈ। ਜਦੋਂ ਸਾਡੇ ਮਸਤਕ ਤੇ ਲੱਗਦੀ ਹੈ, ਮੱਥੇ ਤੇ ਲੱਗਦੀ ਹੈ, ਕਿਤੇ ਸਤ ਸੰਗਤ ਦੀ ਧੂੜੀ ਸਾਡੇ ਮਸਤਕ ਤੇ ਲੱਗ ਜਾਵੇ, ਮਾੜੇ ਤੋਂ ਮਾੜੇ ਕਰਮ ਸਾਡੇ ਮਿਟ ਜਾਂਦੇ ਨੇ। ਇੱਕ ਨਾ ਸਾਧੂ ਹੋਇਆ ਹੈ ਜਿਸ ਦਾ ਨਾਮ ਸ਼ਾਇਦ ਤੁਲਸੀਦਾਸ ਹੈ। ਸਾਧੂ ਦਾ ਪਰਮਾਤਮਾ ਦਾ ਉਪਾਸ਼ਕ ਹੈ ਹਿੰਦੂ ਧਰਮ ਦੇ ਵਿੱਚ ਹੈ।
उसने रब की उपासना करनी, बंदगी करनी, नाम जपना। वो तीर्थां ते गया है, वो गंगा ते नहाउण गया, इशनान करन गया, क्योंकि हिंदू धर्म विच गंगा नूं पवित्र समझदे, सब कुछ समझदे आ। भावें अज लोकां ने मैली कर छड्डी है गंगा भी, ते ਉਹਦੇ ਵਿੱਚ इशनान ਕਰਨ ਚੱਲਿਆ ਹੈ। ਆਪਣੇ ਜੇ ਉਹਦੇ ਚੇਲੇ ਚਾਟੜੇ ਵੀ ਸੀ, ਸਾਧੂ ਸੀ, ਮਹਾਤਮਾ ਸੀ, ਉਹਦੇ ਚੇਲੇ ਚਾਟੜੇ ਵੀ, ਤੇ ਉਹ ਕਹਿੰਦਾ ਮੈਂ ਇਕੱਲੇ ਜਾਣਾ। ਮਹਾਤਮਾ ਜੀ ਕਹਿੰਦੇ ਕਿ ਤੁਸੀਂ ਘਰੇ ਇੱਥੇ ਰਹੋ, ਜੋ ਵੀ ਆਉਂਦਾ ਹੈ ਉਹਨੂੰ ਜਲ ਪਾਣੀ ਛਕਾਓ, ਹਰ ਇੱਕ ਦੀ ਸੇਵਾ ਕਰੋ। ਇੱਕ ਉਹਨਾਂ ਨੇ ਵਿਦਿਆਲਾ ਵੀ ਬਣਾਇਆ ਸੀ, ਇੱਕ ਸਰਾਂ ਬਣਾਈ ਸੀ। ਉਹਨੇ ਕਿਹਾ ਜੇ ਕੋਈ ਆਵੇ ਤੇ ਕਹਿ ਦਿਆ ਜੇ ਕਿ ਸਾਧੂ ਜੀ ਤੀਰਥ ਤੇ ਗਏ ਆ, ਇਸ਼ਨਾਨ ਕਰਨ ਵਾਸਤੇ ਗੰਗਾ ਤੇ ਗਏ ਆ। ਜਦੋਂ ਇਸ ਤਰ੍ਹਾਂ ਗਏ ਨੇ, ਕੁਝ ਕੁ ਦਿਨ ਹੋਏ ਆ, ਜਦੋਂ ਇਹ ਤੀਰਥ ਤੇ ਗਏ ਨੇ, ਉੱਥੇ ਤੀਰਥ ਤੇ ਗਏ ਨੇ, ਪਰ ਜਦੋਂ ਵਾਪਸ ਆਉਣ ਲੱਗੇ ਨਾ ਤੀਰਥ ਤੋਂ, ਇਸ਼ਨਾਨ ਕਰਕੇ ਗੰਗਾ ਤੋਂ, ਇਹਨਾਂ ਨੇ ਵੇਖਿਆ ਕਿ ਉੱਥੇ ਇੱਕ ਸਮਾਨ ਸੀ, ਇੱਕ ਚੀਜ਼ ਸੀ, ਕੋਈ ਸੌਦਾ ਸੀ ਮੰਨ ਲਓ, ਉਹ ਬੜਾ ਸਸਤਾ ਮਿਲ ਰਿਹਾ ਸੀ। ਤੇ ਉਹੋ ਹੀ ਇਹਨਾਂ ਦੇ ਇਲਾਕੇ ਵੱਲ, ਇਹਨਾਂ ਦੇ ਘਰ ਵੱਲ, ਇਹਨਾਂ ਦੇ ਸ਼ਹਿਰ ਵੱਲ ਬੜਾ ਮਹਿੰਗਾ ਮਿਲਦਾ ਸੀ, ਤੇ ਉੱਥੇ ਸਸਤਾ ਮਿਲਦਾ ਸੀ। ਇਹ ਹੁਣ ਗਿਆ ਤੀਰਥ ਦੇ ਇਸ਼ਨਾਨ ਕਰਨ, ਪਰ ਉੱਥੇ ਸੌਦਾ ਸਸਤਾ ਵੇਖ ਕੇ ਤੇ ਖਰੀਦ ਲਿਆਇਆ। ਇਹਨੇ ਕਿਹਾ ਖਰੀਦ ਲਓ, ਉੱਥੋਂ ਮਹਿੰਗਾ ਜੂ ਲੈਣਾ ਹੈ, ਇੱਥੇ ਆਪਾਂ ਸੌਦਾ ਸਸਤਾ ਲੈ ਲੈਨੇ। ਇੱਧਰ ਹੁਣ ਪਰਮਾਤਮਾ ਭੇਸ ਬਣਾ ਕੇ, ਰੂਪ ਧਾਰ ਕੇ ਇਹਦੇ ਉੱਥੇ ਹੀ ਥਾਂ ਤੇ ਆਇਆ। ਜਾ ਕੇ ਚੇਲਿਆਂ ਨੂੰ ਪੁੱਛਦਾ, ਇਹਦੇ ਘਰਦਿਆਂ ਨੂੰ ਪੁੱਛਦਾ ਹੈ ਕਿ ਸਾਧੂ ਜੀ ਕਿੱਥੇ ਆ, ਮਹੰਤ ਜੀ ਕਿੱਥੇ ਆ। ਉਹਨਾਂ ਕਿਹਾ ਜੀ ਮਹਾਤਮਾ ਜੀ ਉਹ ਨਾ ਤੀਰਥ ਦੀ ਯਾਤਰਾ ਕਰਨ ਵਾਸਤੇ ਗਏ ਆ। ਤੇ ਪਰਮਾਤਮਾ ਤਾਂ ਅੰਤਰਜਾਮੀ, ਉਹ ਕਹਿੰਦੇ ਉਹ ਤੀਰਥਾਂ ਤੇ ਨਹਾਉਣ ਨਹੀਂ ਗਿਆ, ਉਹ ਤਾਂ ਸੌਦਾ ਖਰੀਦਣ ਗਿਆ। ਕੌਣ ਕਹਿੰਦਾ ਉਹ ਤੀਰਥਾਂ ਤੇ ਗਿਆ? ਤੀਰਥਾਂ ਤੇ ਨਹੀਂ ਗਿਆ, ਉਹਦਾ ਤੀਰਥਾਂ ਤੇ ਗਿਆ ਪ੍ਰਵਾਨ ਨਹੀਂ ਹੈ, ਉਹ ਤਾਂ ਸੌਦਾ ਖਰੀਦਦਾ ਫਿਰਦਾ। ਇਹ ਬਚਨ ਕਹਿ ਕੇ ਸਾਧੂ ਮਹਾਤਮਾ ਵਾਪਸ ਆ ਗਏ। ਜਦੋਂ ਫਿਰ ਇੱਧਰ ਤੁਲਸੀਦਾਸ ਵੀ ਯਾਤਰਾ ਕਰਕੇ ਘਰੇ ਆਇਆ, ਵਾਪਸ ਆਇਆ, ਇਹਨਾਂ ਚੇਲਿਆਂ ਨੇ, ਇਹਨਾਂ ਘਰਦਿਆਂ ਨੇ ਗੱਲ ਦੱਸੀ ਕਿ ਤੁਹਾਡੇ ਮਗਰੋਂ ਕੋਈ ਮਹਾਤਮਾ ਆਏ ਸਨ, ਉਹ ਪਹਿਲਾਂ ਹੀ ਦੱਸ ਗਏ ਸਨ ਕਿ ਤੁਸੀਂ ਉੱਥੇ ਸੌਦਾ ਖਰੀਦਦੇ ਫਿਰਦੇ ਆ, ਯਾਤਰਾ ਤੇ ਥੋੜ੍ਹੀ ਥੋੜ੍ਹੀ ਗਏ ਤੁਸੀਂ, ਉੱਥੇ ਤੇ ਤੁਸੀਂ ਹਿਸਾਬ ਕਿਤਾਬ ਕਰਦੇ ਫਿਰਦੇ, ਲਾਭ ਹਾਨੀ ਵੇਖਦੇ ਫਿਰਦੇ। ਜਦੋਂ ਤੁਲਸੀਦਾਸ ਨੂੰ ਗੱਲ ਪਤਾ ਲੱਗੀ, ਉਹਨੇ ਜਿੱਦਾਂ ਆਇਆ ਉੱਦਾਂ ਹੀ ਫੇਰ ਵਾਪਸ ਮੁੜ ਗਿਆ। ਆਂਦਾ ਇਹ ਮੈਂ ਗਲਤੀ ਕਰ ਬੈਠਾ ਐ, ਮੈਂ ਤੇ ਗਿਆ ਤੀਰਥ ਤੇ ਸੀ, ਤੇ ਇਹ ਕੀ ਕਰ ਆਇਆ, ਮੈਂ ਸੌਦਾ ਖਰੀਦਣ ਥੋੜਾ ਗਿਆ ਸੀ। ਉੱਦਾਂ ਹੀ ਫੇਰ ਉਹ ਸੌਦਾ ਚੁੱਕਿਆ ਤੇ ਵਾਪਸ ਕਰਨ ਚਰਨ ਫੇਰ ਉੱਥੇ ਬਨਾਰਸ ਚਲ ਗਿਆ। ਫੇਰ ਜਾ ਕੇ ਬਨਾਰਸ ਉਹਨੇ ਜਿੰਨਾ ਸੌਦਾ ਲਿਆ ਸੀ ਸਾਰਾ ਉਹਨੇ ਵਾਪਸ ਕੀਤਾ, ਤੇ ਜਾ ਕੇ ਫੇਰ ਤੀਰਥ ਤੇ ਇਸ਼ਨਾਨ ਕੀਤਾ। ਜਦੋਂ ਫੇਰ ਤੀਰਥ ਇਸ਼ਨਾਨ ਕਰਨ ਗਿਆ, ਉਹ ਸਾਧੂ ਫੇਰ ਆ ਗਏ, ਪ੍ਰਮਾਤਮਾ ਰੂਪ ਧਾਰ ਕੇ ਫੇਰ ਆ ਗਏ। ਫੇਰ ਪੁੱਛਦੇ ਭਾਈ ਹੁਣ ਕਿੱਥੇ ਆ ਤੁਲਸੀਦਾਸ? ਉਹ ਕਹਿੰਦੇ ਸਾਧੂ ਜੀ ਹੁਣ ਨਾ ਉਹ ਜੋ ਫੇਰ ਤੀਰਥ ਤੇ ਗਏ ਨੇ ਉੱਥੇ ਯਾਤਰਾ ਕਰਨ ਵਾਸਤੇ, ਆਉਂਦੇ ਤੀਰਥ ਤੇ ਯਾਤਰਾ ਕਰਨੇ ਗਿਆ, ਉਹ ਹੁਣ ਤਾਂ ਸੌਦਾ ਵਾਪਸ ਕਰਨ ਗਿਆ, ਹੁਣ ਵੀ ਇਹਦਾ ਤੀਰਥ ਤੇ ਗਿਆ ਮਨਜ਼ੂਰ ਨਹੀਂ ਹੈ। ਤੁਲਸੀਦਾਸ ਫੇਰ ਵਾਪਸ ਆਇਆ ਬਨਾਰਸ ਤੋਂ, ਫੇਰ ਘਰੇ ਆਇਆ, ਘਰਦਿਆਂ ਨੇ ਫੇਰ ਕਿਹਾ, ਚੇਲਿਆਂ ਨੇ ਫੇਰ ਕਿਹਾ ਕਿ ਸਾਧੂ ਜੀ ਫੇਰ ਕੋਈ ਆਇਆ ਸੀ, ਕਹਿੰਦਾ ਸੀ ਉਹ ਤੀਰਥ ਤੇ ਨਹਾਉਣ ਨਹੀਂ ਗਿਆ, ਆਪਣਾ ਸੌਦਾ ਵਾਪਸ ਕਰਨ ਗਿਆ। ਜਦੋਂ ਇਹ ਫੇਰ ਗੱਲ ਪਤਾ ਲੱਗੀ, ਇਹ ਹੁਣ ਢਹਿ ਪਿਆ ਕੇ ਆਂਦਾ ਹੁਣ ਨਹੀਂ, ਨਾ ਤਾਂ ਕੁਛ ਵੇਚਣ ਜਾਣਾ ਹੈ ਤੇ ਨਾ ਕੁਛ ਲੈਣ ਜਾਣਾ ਹੈ, ਨਾ ਕੁਛ ਦੇਣ ਜਾਣਾ ਹੈ। ਇਹਨੇ ਹੁਣ ਭਿੱਜਾ ਹੋਇਆ ਅੰਦਰੋਂ ਵੈਰਾਗ ਦੇ ਸਹਿਤ ਹੋਇਆ। ਇਹ ਹੁਣ ਉੱਥੇ ਤੀਰਥ ਤੇ ਗਿਆ, ਬਨਾਰਸ ਤੇ ਗਿਆ ਇਸ਼ਨਾਨ ਕਰਨ। ਹੁਣ ਜਾ ਕੇ ਉੱਥੇ ਸਮਾਧੀ ਲਾਈ ਹੈ, ਰੱਬ ਦਾ ਨਾਮ ਲਿਆ, ਰਾਮ ਰਾਮ ਕੀਤਾ ਹੈ, ਕ੍ਰਿਸ਼ਨ ਕ੍ਰਿਸ਼ਨ ਕੀਤਾ, ਆਪਣੇ ਗੁਰੂਆਂ ਨੂੰ ਧਿਆਇਆ ਹੈ, ਉੱਥੇ ਬੰਦਗੀ ਕੀਤੀ ਹੈ, ਆਪਣੀ ਜੋ ਗੀਤਾ ਹੈ, ਜੋ ਸਭ ਕੁਝ ਹੈ, ਉਹਨਾਂ ਦੇ ਗ੍ਰੰਥ ਪੜ੍ਹੇ ਨੇ। ਹੁਣ ਫਿਰ ਪਰਮਾਤਮਾ ਇਹਨਾਂ ਦੇ ਘਰ ਦੇ ਵਿੱਚ ਆਇਆ, ਆਣ ਕੇ ਪੁੱਛਦਾ ਹੈ ਕਿ ਭਾਈ ਕਿੱਥੇ ਹੈ? ਉਹਦੇ ਕਹਿੰਦੇ ਤੀਰਥ ਤੇ ਗਿਆ।
ਕਹਿੰਦੇ ਹੁਣ ਉਹਦਾ ਗਿਆ ਹੋਇਆ ਤੀਰਥੇ ਪ੍ਰਵਾਨ ਹੈ। ਹੁਣ ਜਾ ਕੇ ਜਿੱਥੇ ਗਿਆ ਸੀ ਉੱਥੇ ਜੋ ਹੁਕਮ ਹੈ ਰੱਬ ਦੀ ਉਪਾਸਨਾ ਕਰਨੀ, ਬੰਦਗੀ ਕਰਨੀ, ਉਹ ਹੁਣ ਕਰ ਰਿਹਾ। ਹੁਣ ਉਹਦਾ ਗਿਆ ਹੋਇਆ ਤੀਰਥ ਪ੍ਰਵਾਨ ਹੈ। ਕਹਿਣ ਤੋਂ ਭਾਵ ਇਹੋ ਹੀ ਹੈ ਕਿ ਭਾਈ ਜਦੋਂ ਗੁਰੂ ਘਰਾਂ ਦੇ ਵਿੱਚ ਜਾਓ, ਯਾਤਰਾ ਤੇ ਜਾਓ, ਉੱਥੇ ਇਹ ਨਾ ਕਰਿਆ ਕਰੋ ਕਿ ਜਿੱਦਾਂ ਕੋਈ ਹਜ਼ੂਰ ਸਾਹਿਬ ਗਿਆ, ਸ਼੍ਰੀ ਅਨੰਦਪੁਰ ਸਾਹਿਬ ਗਿਆ, ਜਿੱਥੇ ਗਿਆ ਉੱਥੋਂ ਹੀ ਕੋਈ ਖਰੀਦ ਲਿਆਂਦਾ। ਅੱਜ ਕੱਲ੍ਹ ਲੋਕ ਗੁਰੂ ਘਰਾਂ ਦੇ ਵਿੱਚ ਘੱਟ ਜਾਂਦੇ ਆ ਤੇ ਖਰੀਦਦਾਰੀ ਕਰਨ ਜ਼ਿਆਦਾ ਜਾਂਦੇ ਆ। ਹੁਣ ਪਤਾ ਹੀ ਹੈ ਜਿੱਥੇ ਵੀ ਗੁਰੂ ਧਾਮ ਹੈ, ਲੋਕਾਂ ਨੇ ਆਪਣਾ ਰੁਜ਼ਗਾਰ ਚਲਾਉਣ ਵਾਸਤੇ ਦੁਕਾਨਾਂ ਲਾਈਆਂ ਹੁੰਦੀਆਂ। ਉੱਥੇ ਜੋ ਵੀ ਸਮਾਨ ਲੱਗਾ, ਆਹ ਖਰੀਦ ਲਓ, ਆਹ ਖਰੀਦ ਲਓ, ਆਹ ਖਰੀਦ ਲਓ। ਉੱਥੇ ਤਾਂ ਸਮਾਨ ਖਰੀਦਣ ਲੋਕ ਜਾਂਦੇ ਆ। ਤੇ ਇਹੋ ਜਿਹੀ ਕੀਤੀ ਯਾਤਰਾ ਮਹਾਰਾਜ ਕਹਿੰਦੇ ਪ੍ਰਵਾਨ ਨਹੀਂ ਹੁੰਦੀ। ਪ੍ਰਵਾਨ ਉਹ ਹੁੰਦੀ ਹੈ ਗੁਰੂ ਘਰੇ ਜਾਓ, ਰੱਬ ਦਾ ਨਾਂ ਲਓ ਤੇ ਸਿੱਧੇ ਘਰ ਦੇ ਵਿੱਚ ਜਾਓ। ਹੋਲਾ ਮਹੱਲਾ ਆਉਂਦਾ ਹੈ ਨਾ, ਹੁਣ ਆਉਣ ਵਾਲਾ ਹੈ। ਫਿਰ ਹੋਲਾ ਮਹੱਲਾ ਆਉਂਦਾ ਹੈ ਤੇ ਅੱਜ ਕੱਲ੍ਹ ਦੀ ਜਿਹੜੀ ਪਨੀਰੀ ਹੈ, ਪੀੜ੍ਹੀ ਹੈ, ਨੌਜਵਾਨ ਮੁੰਡੇ ਹੈ, ਮੋਟਰਸਾਈਕਲਾਂ ਤੇ, ਗੱਡੀਆਂ ਤੇ, ਟਰੈਕਟਰਾਂ ਤੇ ਹਾਰਨ ਮਾਰਦੇ ਗਾਣੇ ਲਾਉਂਦੇ ਜਾਂਦੇ ਆ। ਕੀ ਉਹਨਾਂ ਦਾ ਗਿਆ ਹੋਇਆ ਸ਼੍ਰੀ ਅਨੰਦਪੁਰ ਸਾਹਿਬ ਹੋਲੇ ਮਹੱਲੇ ਤੇ ਮਨਜ਼ੂਰ ਹੋ ਗਿਆ ਹੋਵੇਗਾ? ਗੁਰੂ ਮਹਾਰਾਜ ਦੇ ਚਰਨਾਂ ਵਿੱਚ ਕਦਾਚਿਤ ਨਹੀਂ। ਮਹਾਰਾਜ ਕਹਿੰਦੇ ਜਦੋਂ ਵੀ ਗੁਰੂ ਘਰ ਦੇ ਵਿੱਚ ਜਾਓ, ਇਹ ਨਹੀਂ ਕਿ ਅਨੰਦਪੁਰ ਸਾਹਿਬ ਜਾਂ ਹਜ਼ੂਰ ਸਾਹਿਬ, ਪਿੰਡ ਦੇ ਗੁਰਦੁਆਰੇ ਵੀ ਕਦੀ ਜਾਓ, ਜਦੋਂ ਘਰੋਂ ਤੁਰ ਪਾਓ ਤੁਹਾਡੀ ਰਸਨਾ ਤੇ ਵਾਹਿਗੁਰੂ 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 ਦਾ ਸਿਮਰਨ ਹੋਣਾ ਚਾਹੀਦਾ ਹੈ। ਬਾਣੀ ਪੜ੍ਹ ਸਕਦੇ ਬਾਣੀ ਪੜ੍ਹੋ, ਵਾਹਿਗੁਰੂ ਕਰ ਸਕਦੇ ਵਾਹਿਗੁਰੂ ਕਰੋ, ਪਰ ਗੱਲਾਂ ਨਾ ਕਰੋ, ਕਿਸੇ ਦੀ ਨਿੰਦਾ ਨਾ ਕਰੋ, ਚੁਗਲੀ ਨਾ ਕਰੋ। ਕਿ ਫਿਰ ਤੁਹਾਡਾ ਗਿਆ ਹੋਇਆ ਗੁਰੂ ਘਰ ਦੇ ਵਿੱਚ ਪ੍ਰਵਾਨ ਹੈ। ਜੇ ਤੁਸੀਂ ਦੁਨੀਆਂ ਦੀਆਂ ਹੀ ਗੱਲਾਂ ਕਰੀ ਗਏ, ਆਪਾਂ ਗੁਰੂ ਘਰ ਬਣੇ ਕਿਉਂ ਹੈ? ਕਿ ਮਹਾਰਾਜ ਦੇ ਕੋਲ ਜਾਈਏ, ਗੁਰੂ ਮਹਾਰਾਜ ਦੀ ਕੋਈ ਸੁਣੀਏ, ਸਾਡੇ ਪੱਲੇ ਪਵੇ, ਅਸੀਂ ਆਪਣਾ ਜੀਵਨ ਸੁਧਾਰ ਸਕੀਏ। ਜੇ ਗੁਰੂ ਘਰ ਦੇ ਵਿੱਚ ਆਣ ਕੇ ਵੀ ਆਦੀਆਂ ਸੁਣਾਈ ਜਾਣੀਆਂ ਹੈ ਤੇ ਫਿਰ ਘਰੇ ਰਹਿ ਲੈਂਦਾ ਚੰਗਾ ਹੈ, ਕੋਈ ਕੰਮ ਕਾਜ ਤੇ ਕਰ ਲੈਂਦਾ। ਕੀ ਫਾਇਦਾ? ਆਉਣ ਦਾ ਤਾਂ ਕੋਈ ਫਾਇਦਾ ਨਾ ਹੋਇਆ। ਐਡੇ ਆਪਾਂ ਨਾਨ ਸ਼ਰਦਕ ਬਣੀਏ, ਗੁਰੂ ਪਾਤਸ਼ਾਹ ਦੇ ਬਚਨ ਸੁਣਨ ਆਇਆ ਕਰੀਏ, ਆਦੇ ਸੁਣਾਉਣ ਨਾ ਆਇਆ ਕਰੀਏ। ਜਿੱਦਾਂ ਵਿਚਾਰਾਂ ਚੱਲਦੀਆਂ ਹੋਣ, ਕਥਾ ਕੀਰਤਨ ਚੱਲਦਾ ਹੋਵੇ ਤੇ ਕਈ ਬੈਠੇ ਸਾਧ ਸੰਗਤ ਦੇ ਵਿੱਚ ਗੱਲਾਂ ਕਰਦੇ ਹੁੰਦੇ, ਕੀ ਫਾਇਦਾ ਉਹਨਾਂ ਦਾ? ਆਪ ਤਾਂ ਸੁਣਨਾ ਨਹੀਂ, ਲਾਗੇ ਹੋਰ ਦੋ ਬੈਠੇ ਹੁੰਦੇ ਉਹਨਾਂ ਨੂੰ ਵੀ ਸੁਣ ਨਹੀਂ ਦੇਣਾ। ਅੱਜ ਕੱਲ੍ਹ ਤੇ ਦੁਨੀਆ ਫੋਨ 'ਚ ਹੀ ਲੱਗੀ ਰਹਿੰਦੀ, ਗੁਰੂ ਘਰੇ ਆਣ ਕੇ ਵੀ ਕੋਈ ਧਿਆਨ ਨਹੀਂ, ਰੱਬ ਦਾ ਨਾਂ ਨਹੀਂ। ਸਤਿਗੁਰੂ ਮਹਾਰਾਜ ਦੇ ਪਿਆਰੇ ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ, ਕਹਿੰਦੇ ਨੇ ਸਤਿਗੁਰੂ ਮਹਾਰਾਜ ਜੀ ਦੇ ਜਦੋਂ ਗੁਰੂ ਘਰ ਨੂੰ ਜਾਣ ਵਾਸਤੇ ਇੱਕ ਕਦਮ ਚੱਕ ਲਈਦਾ ਨਾ, ਇੱਕ ਕਦਮ ਚੱਕ ਦਈਏ ਤੇ ਮਾਰੇ ਅੱਗਿਓਂ ਲੈਣ ਵਾਸਤੇ ਆਉਂਦੇ ਨੇ। ਜਦੋਂ ਆਪਾਂ ਘਰੋਂ ਚੱਲ ਲਈ ਤਿਆਰ ਹੋ ਜਾਣੇ, ਮਾਰੇ ਅੱਗਿਓਂ ਲੈਣ ਵਾਸਤੇ ਆਉਂਦੇ, ਉਹਨੂੰ ਲੈਣ ਵਾਸਤੇ ਆਉਂਦੇ ਜਿਹੜਾ ਰਾਹ ਦੇ ਵਿੱਚ ਵੀ ਰੱਬ ਦਾ ਨਾਂ ਲੈਣ ਆਉਂਦਾ। ਤੇ ਜਦੋਂ ਵੀ ਤੀਰਥਾਂ ਤੇ ਜਾਓ, ਯਾਤਰਾ ਤੇ ਜਾਓ, ਹੁਣ ਕਿੰਨੇ ਕਿੰਨੇ ਗੁਰਦੁਆਰਾ ਸਾਹਿਬ ਹੁੰਦੇ। ਸ਼੍ਰੀ ਅਨੰਦਪੁਰ ਸਾਹਿਬ ਚੱਲ ਜਾਈਏ, ਕਿੰਨੇ ਮਾਰਦੇ ਇਤਿਹਾਸਕ ਸਥਾਨ ਨੇ। ਹਜ਼ੂਰ ਸਾਹਿਬ ਚੱਲੀਏ, ਕਿੰਨੇ ਇਤਿਹਾਸਕ ਸਥਾਨ ਹੈ। ਬਸ ਇਹ ਆਪਾਂ ਕੀ ਕਰਦੇ ਹਾਂ, ਐਡੀ ਦੂਰੋਂ ਪੰਜਾਬ ਤੋਂ ਨੰਦੇੜ ਜਾਂਦੇ ਹਾਂ, ਪੰਜਾਬ ਤੋਂ ਮਹਾਰਾਸ਼ਟਰ ਜਾਂਦੇ ਹਾਂ, ਮਹਾਰਾਜ ਦੇ ਸਥਾਨਾਂ ਦੇ ਦਰਸ਼ਨ ਕਰਨ ਵਾਸਤੇ। ਕੀ ਕਰਦੇ ਆ? ਮੱਥਾ ਟੇਕਿਆ, ਪ੍ਰਸ਼ਾਦ ਲਿਆ ਤੇ ਚਲੋ ਮੱਥਾ, ਇਹ ਹਾਜ਼ਰੀ ਲੱਗ ਗਈ। ਨਹੀਂ ਭਾਈ, ਜਦੋਂ ਵੀ ਕਿਸੇ ਸਥਾਨ ਤੇ ਜਾਓ, ਉੱਥੇ ਬੈਠ ਕੇ ਜੇ ਚੌਪਈ ਸਾਹਿਬ ਦਾ ਪਾਠ ਕਰ ਸਕਦੇ ਜੇ ਜ਼ਰੂਰ ਕਰਿਆ ਕਰੋ। ਹਰ ਇੱਕ ਗੁਰਦੁਆਰੇ ਸਾਹਿਬ ਦੇ ਵਿੱਚ ਸਥਾਨ ਤੇ ਬੈਠ ਕੇ। ਜੋ ਨਹੀਂ ਕਰ ਸਕਦੇ, ਮੂਲ ਮੰਤਰ ਗੁਰਮੰਤਰ ਦਾ ਜਾਪ ਕਰੋ, ਤੁਹਾਡਾ ਆਇਆ ਹੋਇਆ ਯਾਤਰਾ ਕੀਤੀ ਹੋਈ ਫਿਰ ਸਫਲੀ ਹੋਵੇਗੀ। ਕੱਲਾ ਮੱਥਾ ਟੇਕਣ ਤੇ ਸੀਮਤ ਨਾ ਰੱਖੀਏ। ਜੋ ਮਾਰ ਨੇ ਕਿਹਾ ਹੈ ਉਹਦੇ ਕੋਲ ਬੈਠਣਾ ਕਰੀਏ। ਸਾਡੇ ਕੋਲ ਕੋਈ ਮਿਲਣ ਵਾਸਤੇ ਆਇਆ ਹੋਵੇ, ਜਾਂ ਹੀ ਕਿਹਨੂੰ ਮਿਲਣ ਵਾਸਤੇ ਜਾਈਏ, ਬਸ ਹੱਥ ਮਿਲਾ ਕੇ ਉੱਦਾਂ ਤੁਰ ਪਈਏ, ਨਾ ਗੱਲ ਸੁਣੀਏ ਤੇ ਨਾ ਸੁਣਾਈਏ। ਕੀ ਹੋਇਆ? ਫਾਇਦਾ ਹੋਇਆ ਕੋਈ ਮਿਲਣ ਦਾ? ਗੁਰੂ ਪਾਤਸ਼ਾਹ ਨੂੰ, ਗੁਰੂ ਪਾਤਸ਼ਾਹ ਦੀ ਸਿਫਤ ਸੁਣਿਆ ਕਰੀਏ, ਮਾਰ ਦੀ ਬਾਣੀ ਪੜ੍ਹਿਆ ਕਰੀਏ, ਫਿਰ ਆਇਆ ਹੋਇਆ ਸਾਡਾ ਗੁਰੂ ਘਰ ਦੇ ਵਿੱਚ ਸਫਲ ਹੈ। ਇਸ ਕਰਕੇ ਮਹਾਰਾਜ ਦੇ ਘਰ ਦੇ ਵਿੱਚ ਨਿਮਰਤਾ ਦੇ ਸਹਿਤ, ਮਰਿਆਦਾ ਦੇ, ਕਿਉਂਕਿ ਸਾਨੂੰ ਇਹ ਗੱਲਾਂ ਦਾ ਪਤਾ ਨਹੀਂ ਹੈ।
ਇਹ ਸਾਨੂੰ ਫੇਰ ਹੀ ਸਮਝ ਲੱਗੇਗੀ ਜੇ ਅਸੀਂ ਸਤ ਸੰਗਤ ਕਰਾਂਗੇ, ਸਤ ਸੰਗਤ ਕਰਿਆ ਕਰਾਂਗੇ, ਫੇਰ ਹੀ ਸਾਨੂੰ ਸਮਝ ਲੱਗੇਗੀ, ਸੋਝੀ ਪਏਗੀ। ਉਹਨਾਂ ਚਿਰ ਸਾਨੂੰ ਇਹ ਸਮਝ ਨਹੀਂ ਲੱਗਣੀ, ਉਹਨਾਂ ਚਿਰ ਸਾਨੂੰ ਇਹ ਸੋਝੀ ਨਹੀਂ ਪੈਣੀ। ਇਸ ਕਰਕੇ ਜਿੰਨੀ ਕੁ ਸਮਝ ਹੈ, ਜਿੰਨਾ ਕੁ ਸਾਨੂੰ ਪਤਾ ਲੱਗਦਾ ਉਸ ਤੇ ਪੂਰਨੇ ਪਾਈਏ, ਉਸ ਗੱਲ ਤੇ ਚੱਲਿਆ ਕਰੀਏ। ਸੋ ਸਤਿਗੁਰੂ ਮਹਾਰਾਜ ਦੀਆਂ ਇਹ ਵਿਚਾਰਾਂ ਕਰਦੇ ਹਾਂ। ਹੋਈਆਂ ਭੁੱਲਾਂ ਦੀਆਂ ਖਿਮਾ ਬਖਸ਼ਣੀਆਂ ਜੀ। ਸਤਿਗੁਰੂ ਮਹਾਰਾਜ ਬਖਸ਼ਣਹਾਰ ਨੇ, ਗੁਰੂ ਦੀ ਸੰਗਤ ਬਖਸ਼ਣਹਾਰ ਹੈ ਜੀ, ਬਖਸ਼ ਲੈਣਾ ਜੀ। ਦੋ ਪੰਕਤੀਆਂ ਨੂੰ ਪੜ੍ਹ ਕਰਕੇ ਸਮਾਪਤੀ ਹੈ ਜੀ। ਹਥੀ ਦਿੱਤੀ ਪ੍ਰਭ ਦੇਵਨ ਹਾਰੈ, ਜਨਮ ਮਰਨ ਰੋਗ ਸਭ ਨਿਵਾਰੇ। ਨਾਨਕ ਦਾਸ ਕੀਏ ਪ੍ਰਭ ਆਪਣੇ, ਹਰ ਕੀਰਤਨ ਰੰਗ ਮਾਣੇ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।